ਸਤਿ ਸ਼੍ਰੀ ਅਕਾਲ। ਲੋਕਰਾਮ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਗੁਰਜਿੰਦਰ ਜੀ। ਪਰਮਿੰਦਰ ਜੀ ਕਹਿੰਦੇ ਕਿ ਭਾਜਪਾ ਦੇ ਨਵੇਂ ਸ਼ਰੀਕ ਪੈਦਾ ਹੋ ਗਏ, ਦੋ ਸ਼ਰੀਕ, ਦੋਨੋਂ ਭਾਜਪਾ ਦੇ ਨਾਲ ਸੀ, ਹੁਣ ਸਿਆਸੀ ਤੌਰ ਤੇ ਅਲੱਗ-ਅਲੱਗ ਵਿਚਰ ਰਹੇ ਨੇ ਤੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ 'ਚ ਸਿਆਸੀ ਮੁਸ਼ਕਲਾਂ ਖੜੀਆਂ ਕਰ ਸਕਦੇ ਨੇ। ਸ਼ਿਵ ਸੈਨਾ ਤੇ ਦੂਜਾ ਪ੍ਰਸ਼ਾਂਤ ਕਿਸ਼ੋਰ। ਪ੍ਰਸ਼ਾਂਤ ਕਿਸ਼ੋਰ ਕਹਿੰਦੇ ਰਾਜਨੀਤਿਕ ਤੌਰ ਤੇ ਅਲੱਗਾ ਹੋ ਕੇ ਵਿਚਰਨਾ ਚਾਹੁੰਦੇ ਨੇ। ਉਹ ਕਾਂਗਰਸ ਦੇ ਵਿੱਚ ਜਾਣ ਦੀ ਕਨਸੋਆਂ ਸੀ, ਉਹਦੇ ਤੇ ਰੋਕ ਲੱਗ ਗਈ। ਉਹ ਕਹਿੰਦੇ ਮੈਂ ਕਿਸੇ ਸਿਆਸੀ ਪਾਰਟੀ 'ਚ ਨਹੀਂ ਜਾਣਾ। ਹੁਣ ਅਗਲਾ ਫੈਸਲਾ ਕਹਿ ਰਹੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਨੇ ਫੈਸਲਾ ਲਿਆ ਅੱਗੇ ਸਿਆਸੀ ਤੌਰ ਤੇ ਵੱਡਾ ਫੈਸਲਾ, ਦੇਸ਼ ਦੀ ਰਾਜਨੀਤੀ ਨੂੰ ਕਿੱਥੋਂ ਤੱਕ ਪ੍ਰਭਾਵਿਤ ਕਰੂਗਾ ਉਹ ਫੈਸਲਾ, ਇਹਦੇ ਤੇ ਗੱਲ ਕਰਾਂਗੇ। ਸ਼ਿਵ ਸੈਨਾ ਲਗਾਤਾਰ ਬੀਜੇਪੀ ਦੇ ਨਾਲ ਟਕਰਾਅ ਦੇ ਵਿੱਚ ਹੈ। ਉਧਵ ਠਾਕਰੇ, ਰਾਜ ਠਾਕਰੇ ਲਗਾਤਾਰ ਆਹ ਬੋਲ ਰਹੇ ਨੇ। ਉਧਵ ਠਾਕਰੇ ਨੇ ਇੱਥੋਂ ਤੱਕ ਵੀ ਇੱਕ ਗੱਲ ਕਹੀ, ਉਹਨਾਂ ਨੇ ਸਿੱਧਾ ਭਾਜਪਾ ਦੇ ਨਿਸ਼ਾਨਾ ਉਹਨਾਂ ਨੇ ਸਿੱਧਿਆ। ਕੀ ਨਿਸ਼ਾਨਾ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ। ਪੰਜਾਬ ਸਰਕਾਰ ਨੇ ਇੱਕ ਚੰਗਾ ਫੈਸਲਾ ਲੈਣ ਜਾ ਰਹੀ ਹੈ। ਬਲਦੇਵ ਸਿੰਘ ਸਿਰ ਚੰਡੀਗੜ੍ਹ ਧਰਨੇ ਤੇ ਬੈਠੇ ਨੇ, ਕਹਿੰਦੇ ਕਿ ਜੋ ਗਲਤ ਇਤਿਹਾਸ ਕਿਤਾਬਾਂ ਦੇ ਵਿੱਚ ਛਾਪਿਆ ਗਿਆ ਉਹਦੇ ਤੇ ਕੋਈ ਕਾਰਵਾਈ ਹੋਵੇ, ਉਹਨਾਂ ਬੰਦਿਆਂ ਤੇ, ਉਹਨਾਂ ਲੇਖਕਾਂ ਦੇ ਉੱਤੇ, ਤੇ ਇਸ ਇਤਿਹਾਸ ਦੇ ਜੋ ਚੈਪਟਰ ਨੇ ਇਹਨੂੰ ਹਟਾਏ ਜਾਣ। ਹੁਣ ਪੰਜਾਬ ਸਰਕਾਰ ਉੱਥੇ ਜਾ ਕੇ ਵੀ ਆਈ ਹੈ, ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਪਹੁੰਚ ਵੀ ਕੀਤੀ ਹੈ, ਉਹਦੇ ਤੇ ਵੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਜਿਹੜਾ ਅਹਿਮ ਵਿਸ਼ਾ ਜੋ ਸਾਡੇ ਲੋਕਾਂ ਦੇ ਨਾਲ ਜੁੜਿਆ ਹੋਇਆ, ਸਾਡੇ ਦੇਸ਼ ਦੇ ਨਾਲ ਜੁੜਿਆ ਹੋਇਆ, ਸ਼ਿਵ ਸੈਨਾ ਹੁਣ ਸਰਗਰਮ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਪਟਿਆਲਾ ਦੇ ਵਿੱਚ ਵੀ ਘਟਨਾ ਵਾਪਰੀ, ਉਸ ਤੋਂ ਬਾਅਦ ਮਹਾਰਾਸ਼ਟਰ ਨੂੰ ਲੈ ਕੇ ਸ਼ਿਵ ਸੈਨਾ ਜਿਵੇਂ ਚੱਲ ਰਹੀ ਹੈ, ਕਈ ਗੱਲਾਂ ਨੇ। ਉਧਵ ਠਾਕਰੇ ਕਹਿੰਦੇ ਕਿ ਅਸੀਂ ਤਾਂ ਕਹਿੰਦੇ ਫਿਰਕਾ ਪ੍ਰਸਤੀ ਦੀ ਗੱਲ ਨਹੀਂ ਕੀਤੀ। ਭਾਜਪਾ ਹੀ ਸਾਡੇ ਸਰਪ੍ਰਾਸੀ ਸ਼ਿਵ ਸੈਨਾ ਦੇ, ਉਹਨਾਂ ਨਾਲ ਇਹੋ ਜਿਹਾ ਗੱਠਜੋੜ ਕਰਦੀ ਸੀ, ਅੱਗੇ ਗੱਲਾਂ ਵਧਾਉਂਦੀ ਸੀ। ਅਸੀਂ ਤਾਂ ਫਿਰਕਾ ਪ੍ਰਸਤੀ ਧਰਮਾਂ ਦੀ ਵੰਡ ਪਾਓ ਰਾਜਨੀਤੀ ਦੇ ਵਿੱਚ ਅਸੀਂ ਤਾਂ ਕਦੇ ਹਿੱਸਾ ਨਹੀਂ ਰਹੇ ਹੈਗੇ। ਹੁਣ ਸ਼ਿਵ ਸੈਨਾ ਦੇ ਆਹ ਜੋ ਅਗਲੇ ਕਦਮ ਨੇ ਸਿਆਸੀ ਤੌਰ ਤੇ, ਕਿਵੇਂ ਦੇਖਦੇ ਹੋ ਇਹਨਾਂ ਨੂੰ? ਗੁਰਜਿੰਦਰ ਜੀ, ਜਿਹੜਾ ਸਮਾਂ ਹੈ ਨਾ ਹੁਣ ਅਜੋਕਾ ਸਮਾਂ, ਉਹ ਜਦੋਂ ਲੋਕਤੰਤਰ ਦੀ ਗੱਲ ਕਰਦੇ ਆਪਾਂ ਤਾਂ ਲੋਕਤੰਤਰ ਦਾ ਸਮਾਂ ਇਹ ਬੜਾ ਐਂ ਕਹਿ ਲਓ ਪੋਲੀਟੀਕਲ ਪਾਰਟੀਆਂ ਲਈ ਬੜਾ ਭਿਆਨਕ ਸਮਾਂ ਆ। ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦੀ ਤਾਂ ਸਮਝ ਪੈ ਗਈ ਨਾ ਕਿ ਧਰਮ ਦੇ ਨਾਂ ਤੇ ਹੁਣ ਵੋਟ ਨਹੀਂ ਪੈਂਦੀ ਜੀ। ਲੋਕ ਸਿਆਣੇ ਹੋ ਗਏ ਆ, ਲੋਕਾਂ ਦੇ ਵਿੱਚ ਫਰਕ ਪਿਆ ਬਹੁਤ ਜ਼ਿਆਦਾ। ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਨੇ ਕਿ 100 ਸਾਲ ਬਾਅਦ ਤਾਂ ਕ੍ਰਾਂਤੀ ਆਉਂਦੀ ਆ, ਇਨਕਲਾਬ ਆਉਂਦਾ ਆ, ਤਾਂ ਉਹ ਚੀਜ਼ ਜਿਹੜੀ ਹੈਗੀ ਆ, ਹੁਣ 100 ਸਾਲ ਦਾ ਸਮਾਂ ਬੀਤ ਗਿਆ। 100 ਸਾਲ ਬਾਅਦ ਲੋਕਾਂ ਦੀ ਸਮਝ, ਸੋਚ, ਸਾਰਾ ਕੁਝ ਬਦਲਦਾ ਹੀ ਹੈ। ਪੜ੍ਹਾਈ ਲਿਖਾਈ ਸਿਸਟਮ, ਟੈਕਨੀਕਲ ਤੌਰ ਤੇ ਬੰਦਾ ਸਟਰੋਂਗ ਹੁੰਦਾ, ਨਵੀਆਂ ਟੈਕਨੀਕਸ ਆਉਂਦੀਆਂ ਨੇ, ਨਵੇਂ ਫਲਸਫੇ ਆਉਂਦੇ ਨੇ, ਨਵੇਂ ਸੰਦਰਭਾਂ ਦੇ ਵਿੱਚ ਧਰਮ ਨੂੰ ਸਮਝਿਆ ਜਾਂਦਾ, ਨਵੇਂ ਸੰਦਰਭਾਂ ਦੇ ਵਿੱਚ ਸਮਾਜਿਕ, ਪੋਲੀਟੀਕਲ ਜਾਂ ਸੋਸ਼ਲ ਕਹਿ ਲਓ, ਆਪਾਂ ਜਿਹੜੇ ਕਹਿੰਦੇ ਫਾਈਨੈਂਸ਼ਲੀ ਕਹਿ ਲਓ, ਉਹ ਸਾਰੇ ਪੱਖ ਨੇ ਜਿਹੜੇ ਉਹ ਦਿਮਾਗ ਦੇ ਵਿੱਚ ਵਿਕਾਸ ਹੋਣ ਕਰਕੇ ਚੇਂਜ ਹੁੰਦੇ ਨੇ, ਲਗਾਤਾਰ ਚੇਂਜ ਹੁੰਦੇ ਨੇ। ਹੁਣ ਇਹ ਲਗਾਤਾਰ ਜਿਹੜੀ ਚੇਂਜ ਆਈ ਹੈ, ਇਹਦੇ ਜਿਹੜਾ ਤਾਂ ਇਸ ਨਾਲ ਤੁਰ ਪਏਗਾ ਉਹ ਸਮੇਂ ਦਾ ਹਾਣੀ ਬਣ ਜਾਏਗਾ, ਸਮੇਂ ਦਾ ਹਾਣੀ ਬਣ ਕੇ ਸਫਲਤਾ ਵੱਲ ਜਾਊਗਾ। ਤੇ ਜਿਹੜਾ ਉਹੀ ਪੁਰਾਣੀਆਂ ਰੀਤਾਂ ਰਿਵਾਜਾਂ ਤੇ ਉਹਨਾਂ ਨਾਲ ਬੰਨਿਆ ਰਹੂਗਾ ਕਿ ਹਾਂ ਅਸੀਂ ਤਾਂ ਐਂ ਹੀ ਕਰਨਾ, ਅਸੀਂ ਇੱਦਾਂ ਹੀ ਚੱਲਣਾ, ਉਹ ਫਿਰ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਫੇਲੀਅਰ ਦੇ ਤੌਰ ਤੇ ਗਿਣਿਆ ਜਾਊਗਾ। ਇਸੇ ਤਰ੍ਹਾਂ ਹੁਣ ਮਹਾਰਾਸ਼ਟਰ ਦੇ ਵਿੱਚ ਜਿਹੜਾ ਚੱਲ ਰਿਹਾ ਹੈ, ਉਹ ਉਹਨਾਂ ਨੇ ਧਰਮ ਨੂੰ, ਜਿਹੜਾ ਉਧਵ ਠਾਕਰੇ ਆ, ਉਹਨਾਂ ਨੇ ਸਮਝ ਲਿਆ ਕਿ ਇਕੱਲਾ ਧਰਮ ਹੀ ਹੈਗਾ ਜਿਹੜਾ ਉਹਦੇ ਤੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ। ਜੇ ਕਰਾਂਗੇ ਤਾਂ ਫੇਲੀਅਰ ਸਾਬਤ ਹੋਵਾਂਗੇ, ਕਿਉਂਕਿ ਇੱਕ ਸਟੇਟ ਦੀ ਗੱਲ ਆ। ਜੇ ਦੇਸ਼ ਦੀ ਗੱਲ ਹੁੰਦੀ ਤਾਂ ਹੋ ਸਕਦਾ ਕਿਤੇ ਨਾ ਕਿਤੇ, ਜਿਵੇਂ ਨਰਿੰਦਰ ਮੋਦੀ ਕਹਿੰਦੇ ਕਿ ਹਿੰਦੂ ਤਵੀ ਏਜੰਡਾ ਲੈ ਕੇ ਚੱਲਾਂਗੇ ਜਾਂ ਅਸੀਂ ਹਿੰਦੂ ਰਾਸ਼ਟਰ ਬਣਾ ਦਾਂਗੇ, ਉਹ ਕਿਤੇ ਨਾ ਕਿਤੇ ਕਈ ਸਟੇਟਾਂ ਦੇ ਵਿੱਚ ਇਹ ਏਜੰਡਾ ਕੰਮ ਕਰ ਸਕਦਾ ਹੈ। ਲੇਕਿਨ ਜਿਹੜੀ ਇੱਕ ਸਟੇਟ ਦੀ ਗੱਲ ਹੈ, ਉੱਥੇ ਪਤਾ ਹੈ ਕਿ ਸਾਨੂੰ ਤਾਂ ਇਸ ਸਟੇਟ ਦੇ ਵਿੱਚੋਂ ਹੀ ਵੋਟਾਂ ਬਣਨੀਆਂ ਨੇ, ਇੱਥੇ ਹੀ ਸੀਐਮ ਬਣਨਾ ਹੈ। ਤੇ ਉਹ ਸੱਤਾ ਹਾਸਲ ਕਰਨ ਵਾਸਤੇ ਹੁਣ ਜਿਵੇਂ ਪੰਜਾਬ ਦੀ ਗੱਲ ਕਰੀਏ, ਇਸ ਬਿਆਨ ਨਾਲ ਜੇ ਸੰਬੰਧਿਤ ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਬਾਦਲ ਹੈ ਜਿਹੜਾ, ਉਹ ਪੰਥਕ ਪਾਰਟੀ ਕਹਾਉਂਦਾ ਪੰਥ ਦੇ ਨਾਂ ਤੇ ਵੋਟਾਂ ਮੰਗਦਾ ਹੋਇਆ ਜਾਂ ਪੰਥ ਦੇ ਨਾਂ ਤੇ ਵੋਟਾਂ ਹਾਸਲ ਕਰਦਾ ਹੋਇਆ ਅੱਜ ਕਿਸ ਗ੍ਰਾਫ ਤੇ ਖੜਾ ਹੋ ਤੁਸੀਂ ਦੇਖ ਸਕਦੇ ਹੋ। ਧਰਮ ਦੀ ਰਾਜਨੀਤੀ ਕੀਤੀ ਆ ਉਹਨਾਂ ਨੇ। ਛੋਟੀ ਜਿਹੀ ਗੱਲ ਹੈ ਕਿ ਪੰਜਾਬੀਆਂ ਨਾਲ ਆਪਾਂ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਇਸੇ ਸੰਦਰਭ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਮਹਾਰਾਸ਼ਟਰ ਨੂੰ ਵੀ। ਇੱਕ ਪਾਸੇ ਉਧਵ ਠਾਕਰੇ ਜਿਹੜਾ ਹੈਗਾ ਉਹ
ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ। ਹੁਣ ਹਿੰਦੂਤਵੀ ਏਜੰਡਾ ਤਾਂ ਸ਼ਿਵ ਸੈਨਾ ਦਾ ਕਿਹੜਾ ਹਿੰਦੂਤਵੀ ਏਜੰਡਾ ਹੈ ਨਹੀਂ ਸੀਗਾ। ਇਹਦੇ ਇਸੇ ਬਿਆਨ ਨੂੰ ਜੇ ਦੇਖਿਆ ਜਾਵੇ, ਜਦੋਂ ਬਾਲ ਠਾਕਰੇ ਦੀ ਗੱਲ ਜਦੋਂ ਕਰਦੇ ਆ ਉद्धਵ ਠਾਕਰੇ ਨੇ, ਤਾਂ ਬਾਲ ਠਾਕਰੇ ਜਦੋਂ ਇਹ ਕਹਿ ਰਹੇ ਨੇ ਕਿ ਬਾਲ ਠਾਕਰੇ ਨੂੰ ਭਾਜਪਾ ਨੇ ਏਜੰਡਾ ਦਿੱਤਾ ਸੀਗਾ ਜਾਂ ਭਾਜਪਾ ਨੇ ਹਿੰਦੂਤਵੀ ਏਜੰਡਾ ਦਿੱਤਾ, ਅਸੀਂ ਤਾਂ ਧਰਮ ਦੀ ਕੋਈ ਰਾਜਨੀਤੀ ਨਹੀਂ ਕੀਤੀ, ਅਸੀਂ ਫਿਰਕਾ ਪ੍ਰਸਤੀ ਨਹੀਂ ਕੀਤੀ ਕਦੇ। ਫਿਰ ਬਾਲ ਠਾਕਰੇ ਦਾ ਤੁਸੀਂ ਸਮਝ ਸਕਦੇ ਹੋ ਕਿ ਆਪਣਾ ਮਾਨਸਿਕ ਪੱਧਰ ਕਿਹੋ ਜਿਹਾ ਹੋਊਗਾ, ਆਪਣੀ ਸੋਚ ਕਿੱਦਾਂ ਦੀ ਹੋਊਗੀ। ਜੇ ਉਹ ਦੂਜਿਆਂ ਦੀ ਸੋਚ ਤੇ ਹੀ ਚੱਲਦੇ ਸੀਗੇ, ਫਿਰ ਉਹਨਾਂ ਦਾ ਆਪਦਾ ਤਾਂ ਕੋਈ ਫਲਸਫਾ ਨਹੀਂ ਸੀ, ਫਿਲਾਸਫੀ ਨਹੀਂ ਸੀ, ਆਪਣੀ ਕੋਈ ਆਪਣਾ ਏਜੰਡਾ ਨਹੀਂ ਸੀ, ਕੋਈ ਆਪਣਾ ਕੋਈ ਏਮ ਨਹੀਂ ਸੀ। ਇਹਦਾ ਮਤਲਬ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਸੀ ਉਹ। ਤੇ ਜੇ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਸੀ ਤਾਂ ਹੁਣ ਭਾਜਪਾ ਨੂੰ ਇਹ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਭਾਜਪਾ ਉਹ ਵੀ ਹਿੰਦੂਤਵੀ ਨੇ, ਜਿਹੜੇ ਬਾਲ ਠਾਕਰੇ ਸ਼ਿਵ ਸੈਨਾ ਚਲਾ ਰਹੇ ਨੇ ਜਾਂ ਉद्धਵ ਠਾਕਰੇ ਨੇ, ਉਹ ਵੀ ਹਿੰਦੂ ਨੇ, ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੇ। ਫਿਰ ਇਹ ਕਿਹੜੇ ਹਿੰਦੂਆਂ ਦੀ ਗੱਲ ਕਰਦੇ ਨੇ, ਕਿਹੜੇ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਨੇ, ਕਿਹੜੇ ਹਿੰਦੂ ਰਾਸ਼ਟਰ ਦੀ ਜਾਂ ਹਿੰਦੂਤਵੀ ਏਜੰਡੇ ਦੀ ਗੱਲ ਕਰਦੇ ਨੇ, ਜਦੋਂ ਕਿ ਮਹਾਰਾਸ਼ਟਰ ਦੇ ਜੇ ਇੱਕ ਵੱਡੀ ਧਿਰ ਭਾਜਪਾ ਦੀ, ਇੱਕ ਸੱਜੀ ਬਾਂਹ ਜਿਹਨੂੰ ਕਿਹਾ ਜਾ ਸਕਦਾ, ਸ਼ਿਵ ਸੈਨਾ ਬਾਲ ਠਾਕਰੇ ਸੀਗੀ, ਵਿਸ਼ਵ ਹਿੰਦੂ ਪਰਿਸ਼ਦ ਸੀਗੀ, ਤਾਂ ਉਹ ਹੁਣ ਜਦੋਂ ਵੱਖ ਹੋਣ ਦੀ ਗੱਲ ਕਰਦੇ ਨੇ, ਜਦੋਂ ਇਹ ਅਲੱਗਾ ਹੋਣ ਦੀ ਗੱਲ ਕਰਦੇ ਨੇ, ਜਦੋਂ ਭਾਜਪਾ ਦੇ ਏਜੰਡੇ ਨੂੰ ਗਲਤ ਕਹਿੰਦੇ ਨੇ, ਤਾਂ ਭਾਜਪਾ ਨੂੰ ਜਵਾਬ ਦੇਣ ਲਈ ਅੱਗੇ ਆਉਣਾ ਚਾਹੀਦਾ ਕਿ ਕਿਹੜੇ ਹਿੰਦੂਤਵੀ ਏਜੰਡੇ ਦੀ ਗੱਲ ਕਰਦੇ ਨੇ, ਜਦੋਂ ਹਿੰਦੂ ਹੀ ਪਰੇ ਹੋ ਗਏ, ਜਿਹਨੂੰ ਹਿੰਦੂ ਹੀ ਨਕਾਰ ਰਹੇ ਨੇ। ਐਸਾ ਕਿਹੜਾ ਹਿੰਦੂਤਵੀ ਏਜੰਡਾ ਜਾਂ ਐਸਾ ਕਿਹੜਾ ਹਿੰਦੂ ਰਾਸ਼ਟਰਵਾਦ ਹੈ ਜਿਹਦੇ ਵਿੱਚ ਹਿੰਦੂ ਭਾਈਚਾਰਾ ਖੁਦ ਕਹਿ ਰਿਹਾ ਕਿ ਅਸੀਂ ਇਸ ਤਰ੍ਹਾਂ ਦੀ ਫਿਰਕਾ ਪ੍ਰਸਤੀ ਨਹੀਂ ਕਰਨੀ, ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਨੀ, ਔਰ ਉਹ ਵੀ ਭਾਜਪਾ ਦੀ ਜਿਹੜੀ ਸੱਜੀ ਬਾਂਹ ਗਿਣਿਆ ਜਾਂਦਾ ਹੈ, ਜਿਹਨੂੰ ਭਾਜਪਾ ਨਾਲ ਲੈ ਕੇ ਚੱਲਦੀ ਰਹੀ ਆ ਜਾਂ ਭਾਜਪਾ ਉਹਨੂੰ ਨਾਲ ਲੈ ਕੇ ਚੱਲਦੇ ਰਹੇ ਆ। ਭਾਜਪਾ ਤਾਂ ਇੱਥੇ ਹੁਣ ਜਵਾਬ ਦੇ ਇਹ ਵੀ ਹੈ ਨਾ ਕਿ ਬਾਲ ਠਾਕਰੇ ਨੂੰ ਨਕਾਰਦੀ ਹੈ ਭਾਜਪਾ, ਜੇ ਨਹੀਂ ਨਕਾਰਦੀ ਤਾਂ ਉਹਦਾ ਪਰਿਵਾਰ ਦੋਸ਼ ਲਾ ਰਿਹਾ ਫਿਰ ਫਿਰਕਾ ਪ੍ਰਸਤੀ ਕਰਦੀ ਹੈ ਭਾਜਪਾ। ਇਸ ਗੱਲ ਦਾ ਜਵਾਬ ਭਾਜਪਾ ਕੋਲੋਂ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਦੇਸ਼ ਦੀ ਜਨਤਾ ਨੂੰ। ਜਾਂ ਤਾਂ ਉਹ ਬਾਲ ਠਾਕਰੇ ਨੂੰ ਮਨਾ ਕਰਨ, ਮੁਨਕਰ ਹੋ ਜਾਣ ਬਾਲ ਠਾਕਰੇ ਤੋਂ, ਬਾਲ ਠਾਕਰੇ ਦੀ ਕਾਰਗੁਜ਼ਾਰੀਆਂ ਤੋਂ ਮੁਨਕਰ ਹੋਵੇ ਭਾਜਪਾ, ਤੇ ਜਾਂ ਫਿਰ ਉਸਦੇ ਪਰਿਵਾਰ ਦੀ, ਉਹਦੇ ਬੇਟੇ ਦੀ, ਬਾਲ ਠਾਕਰੇ ਦੇ ਬੇਟੇ ਦੀ ਗੱਲ ਦਾ ਜਵਾਬ ਦੇਣ ਕਿ ਫਿਰਕਾ ਪ੍ਰਸਤੀ ਕਰਦੀ ਹੈ ਕਿ ਨਹੀਂ ਕਰਦੀ ਭਾਜਪਾ, ਜਾਂ ਸ਼ਿਵ ਸੈਨਾ ਇਹ ਗਲਤ ਦੋਸ਼ ਲਾ ਰਹੀ ਹੈ। ਜੇ ਗਲਤ ਦੋਸ਼ ਲਾ ਰਹੀ ਹੈ, ਫਿਰ ਭਾਜਪਾ ਕਿਸ ਰਾਸ਼ਟਰਵਾਦ ਦੀ ਗੱਲ ਕਰਦੀ ਹੈ, ਭਾਜਪਾ ਕਿਸ ਏਜੰਡੇ ਦੀ ਗੱਲ ਕਰਦੀ ਹੈ। ਅੱਜ ਤੱਕ ਉਹਨਾਂ ਨੇ ਅਯੋਧਿਆ ਦੀ ਗੱਲ ਕਿਵੇਂ ਕੀਤੀ? ਫਿਰ ਅਯੋਧਿਆ ਰਾਮ ਮੰਦਿਰ ਦੀ ਗੱਲ, ਰਾਮ ਦੇ ਨਾਂ ਤੇ ਦੁਹਾਈ ਦੇਣਾ, ਰਾਮ ਦੇ ਨਾਂ ਤੇ ਵੋਟਾਂ ਬਟੋਰਨੀਆਂ, ਇਹਨਾਂ ਗੱਲਾਂ ਦਾ ਜਵਾਬ ਦੇਵੇ ਭਾਜਪਾ। ਹੁਣ ਭਾਜਪਾ ਇਸ ਬਿਆਨ ਨਾਲ ਭਾਜਪਾ ਫਸਦੀ ਨਜ਼ਰ ਆਉਂਦੀ ਹੈ ਕਿਤੇ ਨਾ ਕਿਤੇ। ਜੀ ਗੁਰਜਿੰਦਰ ਜੀ ਬਿਲਕੁਲ। ਤੇ ਦੂਜੀ ਜੋ ਅਹਿਮ ਖਬਰ ਹੈ ਪਰਮਿੰਦਰ ਜੀ, ਕਹਿੰਦੇ ਕਿ ਪ੍ਰਸ਼ਾਂਤ ਕਿਸ਼ੋਰ ਸਿਆਸੀ ਤੌਰ ਤੇ ਆਪਣੀ ਪਾਰਟੀ ਬਣਾ ਕੇ ਦੇਸ਼ ਦੇ ਵਿੱਚ ਵਿਚਰ ਸਕਦੇ ਨੇ। ਹੋ ਸਕਦਾ ਪੰਜਾਬ ਦੇ ਵਿੱਚੋਂ ਵੀ, ਦੇਸ਼ ਦੇ ਵਿੱਚੋਂ ਵੀ ਵੱਡੇ ਜੋ ਕੱਦਾਵਰ ਆਗੂ ਨੇ ਉਹਨਾਂ ਦੇ ਨਾਲ ਜਾਣ, ਉਹਨਾਂ ਦੀ ਸਿਆਸੀ ਬੇੜੀ ਦੇ ਵਿੱਚ ਚੜ੍ਹ ਕੇ ਉਹ ਆਪਣੀ ਰਾਜਨੀਤੀ ਕਰਨ। ਹਾਂ, ਇਹ ਗੁਰਜਿੰਦਰ ਇੱਕ ਇਹਦੇ ਗੱਲ, ਪਿਛਲੀ ਗੱਲ ਨਾਲ ਨਾ ਇੱਕ ਗੱਲ ਰਹਿ ਗਈ ਸੀ ਮੇਰੀ, ਉਹ ਮੈਂ ਕਲੀਅਰ ਕਰਦਾ ਥੋੜਾ ਜਿਹਾ। ਦੂਜੇ ਪਾਸੇ ਜਿਹੜਾ ਉद्धਵ ਠਾਕਰੇ ਦਾ ਭਰਾ ਹੈਗਾ ਰਾਜ ਠਾਕਰੇ, ਉਹ ਦੂਜੇ ਪਾਸੇ ਚੱਲ ਰਿਹਾ। ਉਹ ਭਾਜਪਾ ਦੀ ਐ ਕਹਿ ਲਓ ਕਿ ਪਿੱਠ ਥਾਪੜਦਾ ਹੈ, ਉਹ ਭਾਜਪਾ ਦਾ ਸਾਥ ਲੈਣਾ ਚਾਹੁੰਦਾ ਹੈ, ਉਹ ਭਾਜਪਾ ਦੇ ਨਾਲ ਰਲ ਕੇ ਉद्धਵ ਠਾਕਰੇ ਨੂੰ ਗੱਦੀ ਤੋਂ ਲਾ ਕੇ ਆਪ ਸੀਐਮ ਬਣਨਾ ਚਾਹੁੰਦਾ, ਉਹ ਆਪ ਸੱਤਾ 'ਚ ਆਉਣਾ ਚਾਹੁੰਦਾ। ਉਹਦਾ ਏਜੰਡਾ ਤੁਸੀਂ ਦੇਖੋ, ਉਹ ਕਹਿ ਰਿਹਾ ਕਿ 3 ਮਈ ਤੱਕ ਦਾ ਅਲਟੀਮੇਟਮ ਦਿੱਤਾ, ਡੈਡਲਾਈਨ ਹੈ। ਸਾਰੀਆਂ ਮਸਜਿਦਾਂ ਦੇ ਉੱਤੋਂ ਕਹਿੰਦਾ ਸਪੀਕਰ ਲਾ ਦਿਓ ਮੁਸਲਿਮ ਲੋਕ, ਜੇ ਨਹੀਂ ਲਾਉਂਦੇ ਤਾਂ ਮੇਰੀ ਜ਼ਿੰਮੇਵਾਰੀ ਨਹੀਂ। ਕਹਿੰਦਾ ਫਿਰ 4 ਮਈ ਤੋਂ ਅਸੀਂ ਮਸਜਿਦਾਂ ਦੇ ਸਾਹਮਣੇ ਜਾਂ ਮਸਜਿਦਾਂ ਦੇ ਉੱਤੇ ਜਾਂ ਉਹਨਾਂ ਦੇ ਬਿਲਕੁਲ ਪੈਰਲਲ ਅਸੀਂ ਕਹਿੰਦਾ ਸਪੀਕਰ ਲਾ ਕੇ ਹਨੂੰਮਾਨ ਚਾਲੀਸਾ ਚਲਾਵਾਂਗੇ ਦੁੱਗਣੀ ਆਵਾਜ਼ 'ਚ। ਦੂਜੀ ਗੱਲ ਉਹ ਕਰਦਾ ਕਿ ਸਪੀਕਰਾਂ ਦਾ ਮਸਲਾ ਜਿਹੜਾ ਧਾਰਮਿਕ ਮਸਲਾ ਨਹੀਂ ਹੈਗਾ, ਸਮਾਜਿਕ ਮੁੱਦਾ ਆ। ਤੇ ਹਿੰਦੂ ਪੁੱਛੇ ਇਹਨਾਂ ਨੂੰ ਵੀ ਜਿਹੜਾ ਤੁਸੀਂ ਜਿਹੜਾ ਹਨੂੰਮਾਨ ਚਾਲੀਸਾ ਚਲਾਉਣਾ, ਇਹ ਸਮਾਜਿਕ ਹੈ, ਇਹ ਹਿੰਦੂ ਧਰਮ ਨਾਲ ਸੰਬੰਧਿਤ ਨਹੀਂ ਹੈਗਾ। ਹਨੂੰਮਾਨ ਚਾਲੀਸਾ ਜਿਹੜਾ ਚਲਾਉਣਾ ਤੁਸੀਂ ਦੁੱਗਣੀ ਆਵਾਜ਼ ਦੇ ਵਿੱਚ, ਇਹ ਸਮਾਜਿਕ ਮੰਨਦੇ ਹੋ ਇਸਨੂੰ? ਇੱਕ ਪਾਸੇ ਤੁਸੀਂ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਦੂਜੇ ਪਾਸੇ ਬਿਆਨ ਦਿੰਦੇ ਹੋ ਕਿ ਜਿਹੜਾ ਇਸ ਮਸਲੇ ਨੂੰ ਧਾਰਮਿਕ ਰੰਗਤ ਦਊਗਾ ਉਹ ਆਪ ਜਵਾਬ ਦੇ ਆ। ਜਾਣੀ ਕਿ ਇਹਨਾਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪ ਧਾਰਮਿਕ ਮਸਲੇ, ਫਿਰਕਾ ਪ੍ਰਸਤੀ, ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੇ ਨੇ, ਦੂਜੇ ਪਾਸੇ ਨਾਲ ਆਪ ਬਚਾਅ ਵੀ ਕਰ ਰਹੇ ਨੇ ਆਪਣਾ, ਵੀ ਕਿਤੇ ਸਾਡੇ ਦੀ ਨਾ ਪੰਗਾ ਪੈ ਜੇ।
ਅਸੀਂ ਨਾ ਬਿਆਨ ਦੇ ਕੇ ਫਸ ਜਾਈਏ, ਸਾਡੇ ਤੇ ਇਹਨਾਂ ਦੇਸ਼ ਧਰੋਹ ਦਾ ਮਾਮਲਾ ਦਰਜ ਹੋ ਜੇ। ਲੋਕਾਂ ਨੂੰ ਫਸਾ ਦਿਓ, ਆਪ ਪਿੱਛੇ ਰਹੋ। ਉਹ ਰਾਜਨੀਤੀ ਹੋਰ ਤਰੀਕੇ ਨਾਲ ਕਰ ਰਹੇ ਆ। ਉਧਵ ਠਾਕਰੇ ਨੂੰ ਪਤਾ ਲੱਗਿਆ ਕਿ ਰਾਜਨੀਤੀ ਜਿਹੜੀ ਹੈ ਉਹ ਸਾਰੀ ਹੁਣ ਸਭ ਲੋਕਾਂ ਦੀ ਹੋ ਗਈ ਹੈ, ਨਾ ਕਿ ਇਕੱਲੇ ਹਿੰਦੂ ਧਰਮ ਦੀ ਜਾਂ ਮੁਸਲਿਮ ਧਰਮ ਦੀ ਜਾਂ ਸਿੱਖ ਧਰਮ ਦੀ ਜਾਂ ਜੈਨੀ ਬੋਧੀ ਜੋ ਵੀ ਹੈਗੇ ਨੇ, ਉਹਨਾਂ ਦੀ ਨਹੀਂ ਰਹੀ। ਸਭ ਨੇ ਵੋਟਾਂ ਪਾਣੀਆਂ ਨੇ, ਤੇ ਜੇ ਧਰਮ ਦੇ ਨਾਂ ਤੇ ਕਰੋਗੇ ਰਾਜਨੀਤੀ ਤਾਂ ਲੋਕ ਨਕਾਰ ਦੇਣਗੇ। ਹੁਣ ਤੁਸੀਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕੀਤੀ ਆ, ਤੇ ਪ੍ਰਸ਼ਾਂਤ ਕਿਸ਼ੋਰ ਚਾਹੁੰਦਾ ਹੀ ਇਹੀ ਸੀ ਕਿ ਉਹ ਆਪਣੀ ਪੈਂਠ ਬਣਾ ਸਕੇ। ਤੇ ਗੱਲ ਹੁਣ ਮੈਂ ਤਾਂ ਇਹ ਕਹਿਣਾ ਕਿ ਮੇਰੇ ਖਿਆਲ ਨਾਲ ਜਿਹੜੀ ਗੱਲ ਉਹ ਅੰਕੜਿਆਂ ਦੀ ਕਰਦੇ ਸੀਗੇ, ਜਾਂ ਜਿਹੜੀ ਗੱਲ ਕਰਦੇ ਸੀ ਚੋਣ ਰਣਨੀਤੀਕਾਰ ਦੀ, ਕਿ ਮੈਂ ਬਹੁਤ ਵੱਡਾ ਚੋਣ ਰਣਨੀਤੀਕਾਰ ਹਾਂ, ਤੇ ਹੁਣ ਦੇਖਦੇ ਹਾਂ ਲੋਕਾਂ ਦੀ ਕਚਹਿਰੀ 'ਚ ਜੇ ਪਾਰਟੀ ਬਣਾ ਕੇ ਆਉਂਦਾ ਹੈ ਤੇ ਲੋਕ ਉਹਦੇ ਅੰਕੜਿਆਂ ਪ੍ਰਤੀ ਜਾਂ ਉਹਦੇ ਅੰਕੜਿਆਂ ਅਨੁਸਾਰ ਲੋਕ ਉਹਨੂੰ ਵੋਟ ਦਿੰਦੇ ਨੇ ਜਾਂ ਨਹੀਂ ਦਿੰਦੇ ਨੇ, ਜਾਂ ਉਹਦੀ ਚੋਣ ਰਣਨੀਤੀ ਉਹਨੂੰ PM ਬਣਾਉਂਦੀ ਆ ਕਿ ਨਹੀਂ ਬਣਾਉਂਦੀ, ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਗੱਲ ਕਰਨਗੇ ਨਾ। ਹੁਣ ਉਹ ਜੇ ਐਡਾ ਵੱਡਾ ਚੋਣ ਰਣਨੀਤੀਕਾਰ ਹੈ ਕਿ ਕਿਸੇ ਨੂੰ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਸਕਦਾ ਤੇ ਕਿਸੇ ਨੂੰ ਵੀ ਲਾਹ ਸਕਦਾ, ਤਾਂ ਹੁਣ ਆਪ ਬੈਠ ਕੇ ਦਿਖਾਵੇ। ਦੂਜੇ ਪਾਸੇ ਜਿਹੜੀ ਪ੍ਰਭਾਵ ਦੀ ਗੱਲ ਕਰੀਏ, ਤੁਸੀਂ ਪ੍ਰਸ਼ਾਂਤ ਕਿਸ਼ੋਰ ਜੇ ਪਾਰਟੀ ਬਣਾ ਰਹੇ ਹੈ ਤਾਂ ਇਹ ਸਿੱਧਾ ਮਤਲਬ ਸਿੱਧਾ ਕਹਿ ਲਓ ਨਵਜੋਤ ਸਿੰਘ ਸਿੱਧੂ ਤੇ ਪ੍ਰਸ਼ਾਂਤ ਕਿਸ਼ੋਰ ਦੀ ਜੱਫੀ ਪੈਣ ਵਾਲੀ ਆ, ਤੇ ਕਾਂਗਰਸ ਨੂੰ ਸਭ ਤੋਂ ਬੜਾ ਝਟਕਾ ਲੱਗਣ ਵਾਲਾ ਹੀ ਆ। ਤੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਬੇੜੇ 'ਚ ਸਵਾਰ ਸੀ, ਮੇਰੇ ਖਿਆਲ ਨਾਲ ਉਹ ਸਾਰੇ ਪ੍ਰਸ਼ਾਂਤ ਕਿਸ਼ੋਰ ਨਾਲ ਜਾਣਗੇ, ਨਵਜੋਤ ਸਿੰਘ ਸਿੱਧੂ ਨਾਲ ਜਾਣਗੇ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਕਾਫੀ ਵੱਡਾ ਧਮਾਕਾ ਹੋ ਸਕਦਾ ਹੈ ਜੇ ਸਿੱਧੂ ਤੇ ਪ੍ਰਸ਼ਾਂਤ ਕਿਸ਼ੋਰ ਇਕੱਠੇ ਹੁੰਦੇ ਆ। ਪਰ ਹੁਣ ਗੱਲ ਇਹ ਹੈ ਕਿ ਜੇ ਸਿੱਧੂ ਆਉਂਦਾ ਹੈ ਪ੍ਰਸ਼ਾਂਤ ਕਿਸ਼ੋਰ ਨਾਲ ਤਾਂ ਕਿਹਨਾਂ ਸ਼ਰਤਾਂ ਤੇ ਆਊਗਾ, ਜੇ ਨਹੀਂ ਆਉਂਦਾ ਤੇ ਕਾਂਗਰਸ 'ਚ ਬੈਠਾ ਫਿਰ ਤਾਂ ਠੀਕ ਆ, ਫਿਰ ਜਿੱਥੇ ਹੈ ਠੀਕ ਹੈ। ਉਹ ਦੇਖ ਕੇ ਨਾ ਕੀ ਪ੍ਰਸ਼ਾਂਤ ਕਿਸ਼ੋਰ ਆਪ ਅਗਵਾਈ ਕਰੂਗਾ ਤੇ ਨਵਜੋਤ ਸਿੰਘ ਸਿੱਧੂ ਦੇ ਅੰਡਰ ਲੱਗੂਗਾ, ਫਿਰ ਤਾਂ ਹਾਈ ਕਮਾਂਡ ਪ੍ਰਸ਼ਾਂਤ ਕਿਸ਼ੋਰ ਹੋਊ। ਫਿਰ ਉਹੀ ਰੌਲਾ ਹੋਏਗਾ ਕਿ ਪਾਵਰ ਨਹੀਂ ਹੈਗੀ। ਜਾਣੀ ਕਿ ਕਹਿ ਸਕਦੇ ਆਪਾਂ ਕਿ ਦੇਸ਼ ਭਰ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਕਾਰਗੁਜ਼ਾਰੀ, ਉਹਦੇ ਅੰਕੜਿਆਂ ਦੀ ਖੇਡ ਤੇ ਉਹਦੀ ਚੋਣ ਰਣਨੀਤੀ, ਉਹ ਹੁਣ ਪਤਾ ਲੱਗੂਗਾ ਕਿ ਉਹਦੇ ਅੱਲੇ ਪੱਲੇ ਕੁਛ ਹੈ ਜਾਂ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਸਟੰਟ ਖੇਡਿਆ ਜਾਂਦਾ ਸੀ, ਜਾਂ ਰਾਜਨੀਤੀ ਵਿੱਚ ਆਉਣ ਵਾਸਤੇ ਸਟੰਟ ਖੇਡਿਆ ਜਾਂਦਾ ਸੀ। ਇਹ ਵੀ ਨਹੀਂ ਪਤਾ ਕਿ ਇਹ ਰੌਲਾ ਪਾ ਕੇ ਉਹ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਕਰਨ ਦੀ ਤਾਕਤ ਹੋਵੇ ਕਿ ਮੈਂ ਪਾਰਟੀ ਬਣਾ ਲੂੰਗਾ। ਨਹੀਂ ਤਾਂ ਕਿਉਂਕਿ ਲੋਕਾਂ ਦੇ ਵਿੱਚ ਸਹਿਮ ਪੈਦਾ ਕੀਤਾ ਹੋਇਆ ਇਹਨਾਂ ਦਾ ਪੋਲੀਟੀਸ਼ੀਅਨਾਂ ਦੇ ਵਿੱਚ, ਕਿਤੇ ਨਾ ਕਿਤੇ ਕੋਈ ਨਾਮਣਾ ਖੱਟਣਾ ਹੁੰਦਾ ਜਾਂ ਕੋਈ ਫਾਇਦਾ ਲੈਣਾ ਹੋਵੇ ਤਾਂ ਰੌਲਾ ਪਾ ਕੇ ਕਿ ਪਾਰਟੀ ਬਣਾ ਕੇ ਪਤਾ ਨਹੀਂ ਕੀ ਕਰ ਲੂਗਾ ਇਹ। ਦੂਜੀ ਸੱਤਾ ਧਿਰ ਜਾਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਪਾਰਟੀਆਂ ਹੁੰਦੀਆਂ ਨੇ ਵਿਰੋਧੀ ਰਾਜਨੀਤਿਕ, ਉਹ ਸੋਚਦੀਆਂ ਨੇ ਕਿ ਜੇ ਇਹ ਆ ਗਿਆ ਇੱਧਰਲੇ ਪਾਸੇ ਨਵੇਂ ਪਿੰਡ ਹੋਰ ਖੁੱਲ੍ਹ ਜਾਣਗੇ, ਨਵੇਂ ਕੰਪੀਟੀਸ਼ਨ ਹੋਰ ਚੱਲਣਗੇ, ਤੇ ਇਹਨੂੰ ਚੁੱਪ ਕਰਕੇ ਕਿਸੇ ਤਰੀਕੇ ਨਾਲ ਬਿਠਾਇਆ ਜਾਵੇ। ਕੋਸ਼ਿਸ਼ਾਂ ਵੀ ਹੋਣਗੀਆਂ ਤੇ ਹੋ ਸਕਦਾ ਕੋਈ ਫਾਇਦਾ ਵੀ ਲੈਣਾ ਹੋਵੇ। ਜੀ ਬਿਲਕੁਲ ਪਰਮਿੰਦਰ ਜੀ, ਜੇਕਰ ਆਪਾਂ ਇਤਿਹਾਸ ਬਦਲ ਦਾਂਗੇ ਤਾਂ ਜੋ ਭੂਗੋਲਿਕ ਨਕਸ਼ਾ ਉਹ ਤਾਂ ਆਪਣੇ ਆਪ ਬਦਲ। ਹੁਣ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਤਾਂ ਕਿੰਨੀ ਘਟਨਾਵਾਂ ਆਪਣੇ ਸਾਹਮਣੇ ਨੇ ਕਿ ਇਤਿਹਾਸ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਉਂਗਲ ਤੱਕ ਉੱਠਦੀ ਇਤਿਹਾਸ ਦੇ ਕਿਤਾਬਾਂ ਛਾਪਦੇ ਨੇ ਸਾਡੇ ਧਰਮਾਂ ਦੇ ਉੱਤੇ। ਸੋ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਮੋਹਾਲੀ ਦੀ ਧਰਤੀ ਤੇ ਉਹ ਧਰਨਾ ਲਈ ਬੈਠੇ ਸੀ। ਕਿੰਨਾ ਸਮਾਂ ਹੋ ਗਿਆ, ਕਿੰਨੇ ਮਹੀਨੇ ਹੋ ਗਏ। ਭਾਵੇਂ ਕਾਂਗਰਸ ਦੇ ਸਿੱਖਿਆ ਮੰਤਰੀ ਜਦੋਂ ਪ੍ਰਗਟ ਸਿੰਘ ਬਣੇ ਉਹ ਵੀ ਪਹੁੰਚੀ, ਕਮੇਟੀ ਬਣੀ ਪਰ ਕਮੇਟੀ ਕਿਸੇ ਬੰਨੇ ਨਾ ਲੱਗੀ। ਉਸ ਤੋਂ ਬਾਅਦ ਸੂਬੇ 'ਚ ਆਪ ਦੀ ਸਰਕਾਰ ਆਈ, ਕੁਲਤਾਰ ਸੰਧਵਾ ਨੇ ਪਹੁੰਚ ਕੀਤੀ, ਭਰੋਸਾ ਦਿੱਤਾ ਕਿ ਬਣਦੀ ਕਾਰਵਾਈ ਕੀਤੀ ਜਾਊਗੀ। ਜੋ ਤੁਸੀਂ ਮੰਗਾਂ ਲੈ ਕੇ ਬੈਠੇ ਹੋ ਇਹਨਾਂ ਮੰਗਾਂ ਤੇ ਆਪ ਵਿਚਾਰ ਕਰੂਗੀ ਤੇ ਜਲਦ ਇਨਸਾਫ ਵੱਲ ਅਸੀਂ ਵਧਾਂਗੇ। ਜਿਹੜੀ ਪੰਜਾਬ ਸਰਕਾਰ ਨੇ ਹੁਣ ਫੈਸਲਾ ਲਿੱਤਾ ਗੁਰਜਿੰਦਰ ਜੀ, ਬਲਦੇਵ ਸਿੰਘ ਸਿਰਸਾ ਦਾ ਜਿਹੜਾ ਧਰਨਾ ਚੱਲ ਰਿਹਾ ਸੀਗਾ, ਠੀਕ ਹੈ ਉਹ ਬੁੱਕਸ ਅਲੱਗ ਨੇ, ਲੇਕਿਨ ਇਹ ਪ੍ਰਾਈਵੇਟ ਪਬਲਿਸ਼ਰਜ਼ ਹੈਗੇ ਨੇ, ਇਹਨਾਂ ਕੋਲ ਕੋਈ ਕਸਵੱਟੀ ਨਹੀਂ, ਕੋਈ ਇਹਨਾਂ ਕੋਲ ਬੁੱਧੀਜੀਵੀ ਨਹੀਂ ਹੁੰਦੇ, ਕੋਈ ਪੈਨਲ ਨਹੀਂ, ਕੋਈ ਬੈਂਚ ਨਹੀਂ ਬਿਠਾਉਂਦੇ। ਇਹ ਜਿਹੜੇ ਦੇਖਣ ਕਿ ਕਿਤਾਬ ਸਹੀ ਛਪੀ ਹੈ ਜਾਂ ਉਹ 'ਚ ਜਾਣਕਾਰੀ ਸਹੀ ਹੈ, ਉਹ ਸਹੀ ਮਾਇਨੇ ਦੇ ਵਿੱਚ ਲੋਕਾਂ ਤੱਕ ਪਹੁੰਚ ਰਹੀ ਹੈ ਜਾਂ ਸਹੀ ਜਾਣਕਾਰੀ ਪਹੁੰਚ ਰਹੀ ਹੈ। ਪਰਮਿੰਦਰ ਜੀ, ਕਈ ਗੱਲਾਂ ਸਦਾ ਸ਼ੱਕ ਦੇ ਘੇਰੇ ਦੇ ਵਿੱਚ ਰਹੀਆਂ ਨੇ, ਖਾਸ ਕਰਕੇ ਜਦੋਂ ਅਸੀਂ ਧਰਮਾਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ। ਹੁਣ ਇਲਜ਼ਾਮ ਲੱਗਦਾ ਇਹ ਕਿ ਜੋ ਧਰਮਾਂ ਦੇ ਨਾਲ ਸੰਬੰਧਿਤ ਲੋਕ ਨੇ ਕਿ ਸਾਡੇ ਧਰਮਾਂ ਨੂੰ ਤੇ ਸਾਡੇ ਇਤਿਹਾਸ ਨੂੰ ਰਲ ਗੱਡ ਕਰਕੇ ਇਤਿਹਾਸ ਬਣਾ ਕੇ ਜਾਂ ਫਿਰ
ਇਤਿਹਾਸ ਦੇ ਸੰਦਰਭ ਦੇ ਵਿੱਚ ਧਰਮਾਂ ਦੇ ਸ਼ੱਕ ਦੀ ਉਂਗਲ ਖੜੀ ਕਰਕੇ ਅੱਗੇ ਵਿਦਿਆਰਥੀਆਂ ਨੂੰ ਪੇਸ਼ ਕੀਤਾ ਜਾਂਦਾ। ਹੁਣ ਬਲਦੇਵ ਸਿੰਘ ਸਿਰਸਾ ਵੱਡੇ ਕਿਸਾਨ ਆਗੂ ਨੇ, ਮੋਹਾਲੀ ਉਹਨਾਂ ਨੇ ਧਰਨਾ ਲਾਇਆ ਹੋਇਆ, ਕਿੰਨੇ ਮਹੀਨੇ ਤੋਂ ਉੱਥੇ ਬੈਠੇ ਨੇ। ਪ੍ਰਗਟ ਸਿੰਘ ਸਿੱਖਿਆ ਮੰਤਰੀ ਹੁੰਦੇ ਹੋਏ ਉਹਨਾਂ ਨੇ ਉੱਥੇ ਪਹੁੰਚ ਕੀਤੀ, ਕਮੇਟੀ ਬਣੀ, ਪਰ ਕੋਈ ਹੱਲ ਨਾ ਨਿਕਲਿਆ। ਹੁਣ ਮਸਲਾ ਆਮ ਆਦਮੀ ਪਾਰਟੀ ਦੇ ਹੱਥਾਂ ਦੇ ਅਧੀਨ ਹੈ। ਉਹ ਕਹਿੰਦੇ ਅਸੀਂ ਹੱਲ ਕਰਾਂਗੇ। ਕੁਲਤਾਰ ਸਿੰਘ ਸੰਧਮਾ ਉੱਥੇ ਉਹਨਾਂ ਨੇ ਪਹੁੰਚ ਕੀਤੀ, ਭਰੋਸਾ ਦੇ ਕੇ ਆਏ ਕਿ ਜਲਦ ਹੀ ਅਸੀਂ ਜਾਂਚ ਕਰਾਂਗੇ, ਤਹਿ ਤੱਕ ਜਾਵਾਂਗੇ ਇਸ ਮਾਮਲੇ ਤੇ ਜੋ ਬਣਦੀ ਕਾਰਵਾਈ ਹੋਗੀ ਬੜੀ ਜਲਦ ਉਸ ਕਾਰਵਾਈ ਨੂੰ ਅਸਲੀ ਅਮਲੀ ਜਾਮਾ ਪਹਿਨਾ ਦਾਂਗੇ। ਜਿਹੜਾ ਨਾ ਇਹ ਸਿੱਖ ਧਰਮ ਨਾਲ ਰਿਲੇਟਡ ਰੌਲਾ ਪਿਆ ਸੀਗਾ, ਇਤਿਹਾਸ ਹੈ, ਉਹਨੂੰ ਛੇੜਛਾੜ ਕੀਤੀ ਗਈ ਹੈ ਜਾਂ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹਾਲਾਂਕਿ ਕਿਤਾਬਾਂ ਵਿੱਚ ਤਾਂ ਨਹੀਂ ਸੀ, ਪਰ ਜਿਹੜੀਆਂ ਹੈਲਪ ਬੁੱਕਸ ਹੁੰਦੀਆਂ ਨੇ, ਜਿੱਦਾਂ MBD ਹੈ ਜਾਂ ਕੁਛ ਹੋਰ ਹੈ, ਉੱਦਾਂ ਦੀਆਂ ਇਹ ਹੈਲਪ ਬੁੱਕਸ ਸੀਗੀਆਂ ਜਿਨ੍ਹਾਂ ਦੇ ਵਿੱਚ ਸਿੱਖ ਧਰਮ ਨੂੰ ਜਾਂ ਸਿੱਖ ਇਤਿਹਾਸ ਨੂੰ ਕਹਿ ਲਓ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਗੱਲ ਤਾਂ ਇਹ ਹੁੰਦੀ ਹੈ ਗੁਰਜਿੰਦਰ ਜੀ ਕਿ ਪ੍ਰਾਈਵੇਟ ਪਬਲਿਸ਼ਰਸ ਨੇ, ਇਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਬੁੱਧੀਜੀਵੀ ਦੀ ਟੀਮ ਨਹੀਂ ਹੁੰਦੀ, ਕਿਸੇ ਤਰ੍ਹਾਂ ਦਾ ਕੋਈ ਮੁਲਾਂਕਣ ਕਰਨ ਵਾਲਾ ਵਿਅਕਤੀ ਨਹੀਂ ਹੁੰਦਾ, ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੂੰ ਆਪ ਕਹਿ ਲਓ ਕਿ ਜਾਣਕਾਰੀ ਨਹੀਂ ਹੁੰਦੀ, ਤੇ ਇਹ ਸਿਰਫ ਤੇ ਸਿਰਫ ਪੈਸਾ ਕਮਾਉਣ ਦੀ ਹੋੜ ਦੇ ਵਿੱਚ ਤੇ ਸਕੂਲਾਂ ਨਾਲ ਕੰਟੈਕਟ ਕਰਕੇ ਜਾਂ ਕਾਲਜਸ ਨਾਲ ਕੰਟੈਕਟ ਕਰਕੇ ਇਹ ਆਪਣੀਆਂ ਹੈਲਪ ਬੁੱਕ ਵੇਚਣ ਦਾ ਕੰਮ ਕਰਦੇ ਨੇ। ਇਹਨਾਂ ਨੇ ਕਿਸੇ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਜਿਹੜੀ ਜਾਣਕਾਰੀ ਮੁਹੱਈਆ ਕਰਵਾ ਰਹੇ ਹੈ ਉਹਦਾ ਰਿਜ਼ਲਟ ਕੀ ਨਿਕਲਣਾ, ਕੀ ਉਹ ਸਹੀ ਹੈ ਜਾਂ ਉਹ ਖਰੀ ਉਤਰਦੀ ਹੈ ਬਾਕੀ ਕਸਵਟੀ ਦੇ ਉੱਤੇ। ਇੱਦਾਂ ਇਹਨਾਂ ਦਾ ਕੋਈ ਸੰਦਰਭ ਨਹੀਂ ਹੁੰਦਾ, ਇਸ ਮਤਲਬ ਨਹੀਂ ਹੁੰਦਾ, ਕੋਈ ਸੰਬੰਧ ਨਹੀਂ ਹੁੰਦਾ ਇਸ ਸੰਦਰਭ ਨਾਲ। ਤੇ ਦੂਜੀ ਗੱਲ, ਜਿਹੜੀ ਸਰਕਾਰਾਂ ਦੀ ਨੀਅਤ ਹੁੰਦੀ ਆ ਉਹ ਸਾਫ਼ ਜ਼ਾਹਰ ਹੈ ਕਿ ਜਦੋਂ ਇੱਦਾਂ ਦੇ ਪ੍ਰਾਈਵੇਟ ਪਬਲਿਸ਼ਰਸ ਨੇ ਜਾਂ ਕਿਤਾਬਾਂ ਕਾਪੀਆਂ ਛਾਪਣ ਵਾਲੇ ਜਿਹੜੇ ਹੈਗੇ ਨੇ, ਉਹ ਸਿੱਧੇ ਤੌਰ ਤੇ ਮੰਤਰੀਆਂ ਸੰਤਰੀਆਂ ਜਾਂ MLAs ਨਾਲ, ਸਰਕਾਰ ਨਾਲ ਉਹਨਾਂ ਦੀ ਕਿਤੇ ਨਾ ਕਿਤੇ ਗੰਢ ਧੁੱਪ ਹੁੰਦੀ ਹੈ। ਅੱਜ ਤੱਕ ਇਹ ਮਸਲਾ ਨਹੀਂ ਹੱਲ ਹੋ ਸਕਿਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਪਬਲਿਸ਼ਰਸ ਆਪਣੀਆਂ ਕਿਤਾਬਾਂ ਕਿਵੇਂ ਲਵਾ ਜਾਂਦੇ ਨੇ। ਉਹ ਹੁਣ ਤੱਕ ਨਹੀਂ ਗੱਲ ਸਮਝ ਆਈ। ਸਿੱਖਿਆ ਮੰਤਰੀ ਬਕਾਇਦਾ ਤੌਰ ਤੇ ਕੰਮ ਕਰਦੇ ਨੇ, ਹਰੇਕ ਸਟੇਟ ਦੇ ਵਿੱਚ ਹੁੰਦੇ ਨੇ, ਸੈਂਟਰ ਦੇ ਵਿੱਚ ਹੁੰਦਾ, ਆਪਦੇ ਸਾਰੀਆਂ ਸਰਕਾਰਾਂ ਨੇ ਰੋਲ ਅਦਾ ਕੀਤੇ ਆ, ਵੀ ਸੱਤਾ ਤੇ ਕਾਬਜ਼ ਰਹੀਆਂ ਨੇ ਭਾਵੇਂ, ਤੇ ਇਹ ਰੋਲ ਕਿਸੇ ਨੇ ਨਹੀਂ ਅਦਾ ਕੀਤਾ ਕਿ ਪ੍ਰਾਈਵੇਟ ਪਬਲਿਸ਼ਰ ਬਾਹਰੋਂ ਆਉਂਦਾ, ਕੋਈ ਪਤਾ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਪੜ੍ਹਾਈ ਨਾਲ ਕੋਈ ਉਹਨਾਂ ਦੀ ਡਿਗਰੀ ਨਹੀਂ ਦੇਖਦਾ, ਕੋਈ ਕੁਛ ਨਹੀਂ ਦੇਖਦਾ, ਉਹ ਕਿੱਥੋਂ ਪਾਸ ਕਰਵਾਈ ਹੈ ਕਿਤਾਬ, ਕੀ ਕੀਤਾ ਕੀ ਨਹੀਂ, ਪੈਸੇ ਦੇ ਲੈ ਕੇ ਉਹ ਕਰਵਾ ਲੈਂਦੇ ਨੇ। ਤੇ ਸਕੂਲਾਂ ਦੇ ਵਿੱਚ ਉਹੀ ਨਾਮ, ਉਹੀ ਹਰ ਸਾਲ ਚੇਂਜ ਕਰਵਾ ਕੇ ਉਹੀ ਕਿਤਾਬ ਚੈਪਟਰ ਅੱਗੇ ਪਿੱਛੇ ਕਰਕੇ ਉਹ ਸਕੂਲਾਂ ਦੇ ਵਿੱਚ ਲਵਾ ਦਿੰਦੇ ਨੇ। ਇਹ ਖੇਲ ਪਤਾ ਨਹੀਂ ਕਿਵੇਂ ਸ਼ੁਰੂ ਹੁੰਦਾ। ਚਲੋ ਹੁਣ ਜਿਹੜਾ ਇਹ ਤਾਂ ਸਰਕਾਰਾਂ ਦੀ ਕਾਰਗੁਜ਼ਾਰੀ ਦੇਖ ਲੈਂਦਾ, ਤੁਸੀਂ ਪਿਛਲੀ ਅਕਾਲੀ ਸਰਕਾਰ ਵੇਲੇ ਵੀ ਦੇਖੀ, ਕਾਂਗਰਸ ਵੇਲੇ ਵੀ ਵੇਖੀ, ਜੇ ਇਹਨਾਂ ਨੇ ਕਰਨਾ ਹੁੰਦਾ ਕੁਛ ਤਾਂ ਕਰ ਲੈਂਦੇ। ਹੁਣ ਆਮ ਆਦਮੀ ਪਾਰਟੀ ਸਰਕਾਰ ਹੈ, ਇਹਨਾਂ ਨੇ ਤਹਈਆ ਕੀਤਾ ਜਾਂ ਕੋਈ ਸੰਕਲਪ ਲਿਆ ਜਾਂ ਕੋਸ਼ਿਸ਼ ਕੀਤੀ ਆ। ਉਹ ਕਿਹਾ ਕਿ ਹੁਣ ਜਿਹੜੇ ਇਹ ਪਬਲਿਸ਼ਰ ਸੀਗੇ ਜਿਨ੍ਹਾਂ ਨੇ ਤੋੜ ਮਰੋੜ ਕੇ ਇਤਿਹਾਸ ਪੇਸ਼ ਕੀਤਾ ਹੈ, ਉਹਨਾਂ ਦੇ ਖਿਲਾਫ, ਪਬਲਿਸ਼ਰ ਦੇ ਖਿਲਾਫ ਔਰ ਲੇਖਕਾਂ ਦੇ ਖਿਲਾਫ ਪਰਚਾ ਦਰਜ ਹੋਊਗਾ। ਤੇ ਹੋਣਾ ਵੀ ਚਾਹੀਦਾ, ਕਿਉਂਕਿ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਜਾਂ ਸਕੂਲਿੰਗ ਹੈ, ਜਿਹੜੇ ਬੱਚੇ ਨੇ, ਉਹ ਮੰਨਿਆ ਜਾਂਦਾ ਕਿ ਨਹੀਂ ਹੁੰਦੇ ਨੇ, ਚਾਹੇ ਉਹ ਲੋਕਤੰਤਰ ਹੈ, ਚਾਹੇ ਦੇਸ਼ ਹੈ, ਤਰੱਕੀ ਹੈ ਉਹਦੀ, ਉਹ ਕਿਸੇ ਵੀ ਤਰ੍ਹਾਂ ਦੀ ਤਰੱਕੀ ਕਹਿ ਲਓ ਆਪਾਂ, ਉਹਦੀ ਨਹੀਂ ਮੰਨਿਆ ਜਾਂਦਾ। ਜੇ ਇਹਨਾਂ ਕੋਲ ਸਹੀ ਜਾਣਕਾਰੀ ਹੀ ਨਹੀਂ ਹੈ, ਇਹਨਾਂ ਨੂੰ ਗੁੰਮਰਾਹ ਕਰਕੇ ਪੜ੍ਹਾਇਆ ਜਾ ਰਿਹਾ ਹੈ, ਇਹਨਾਂ ਨੇ ਫਿਰ ਕੀ ਤਰੱਕੀ ਦੇ ਰਾਹ ਖੋਲ੍ਹਣੇ ਨੇ ਜਾਂ ਕੀ ਇਹਨਾਂ ਦੇ ਸਿਰ ਤੇ ਭਵਿੱਖ ਹੋਊਗਾ ਅੱਜ ਦੇਸ਼ ਦਾ। ਤੇ ਇਹ ਸਖਤੀ ਕਰਨ ਦੀ ਜ਼ਰੂਰਤ ਹੈ। ਜੇ ਭਗਵੰਤ ਮਾਨ ਉਹਨਾਂ ਨੇ ਬਤੌਰ CM ਫੈਸਲਾ ਲਿਆ ਸਖਤੀ ਕਰਨ ਦਾ, ਤਾਂ ਮੇਰੇ ਖਿਆਲ ਨਾਲ ਇਹਨੂੰ ਸ਼ਲਾਘਾਯੋਗ ਕਦਮ ਕਿਹਾ ਜਾਣਾ ਚਾਹੀਦਾ। ਔਰ ਬਕਾਇਦਾ ਤੌਰ ਤੇ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਨੇ, ਔਰ ਇੱਕ ਨਿਯਮ ਤੈਅ ਹੋਣੇ ਚਾਹੀਦੇ ਨੇ ਕਿ ਜਿਹੜੀ ਪ੍ਰਾਈਵੇਟ ਪਬਲਿਸ਼ਰ ਕੋਈ ਇਸ ਤਰ੍ਹਾਂ ਦੀ ਬੁੱਕ ਛਾਪਦਾ ਤਾਂ ਪਹਿਲਾਂ ਉਹ ਕੋਈ ਇਸ ਤਰ੍ਹਾਂ ਦੀ ਕਮੇਟੀ ਹੋਵੇ ਜਿਹਦੇ ਕੋਲ ਉਹ ਬੁੱਕ ਜਾਵੇ। ਜੇ ਉਹਦੇ ਵਿੱਚ ਦੁਬਾਰਾ ਗਲਤੀ ਨਿਕਲਦੀ ਆ ਤਾਂ ਕਮੇਟੀ ਵੀ ਜ਼ਿੰਮੇਵਾਰ ਹੋਵੇ, ਕਮੇਟੀ ਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਤੀਜੀ ਗੱਲ, ਸਕੂਲਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਹੈਲਪ ਬੁੱਕਸ ਦੀ ਲੋੜ ਕੀ ਆ। ਜਿਹੜੇ ਟੀਚਰ ਅੱਜ ਰੌਲਾ ਪਾਉਂਦੇ ਨੇ ਕਿ ਸਾਨੂੰ ਤਨਖਾਹਾਂ ਨਹੀਂ ਮਿਲਦੀਆਂ ਜਾਂ ਇਹ ਹੈ ਉਹ ਹੈ, ਉਹ ਹੈਲਪ ਬੁੱਕਸ ਦੀ ਹੈਲਪ ਕਿਉਂ ਲੈਂਦੇ ਨੇ, ਕਿਤਾਬਾਂ ਰਾਹੀਂ ਕਿਉਂ ਨਹੀਂ ਪੜ੍ਹਾਉਂਦੇ? ਕੀ ਉਹਨਾਂ ਕੋਲ ਕਾਬਲੀਅਤ ਨਹੀਂ ਹੈ? ਉਹਨਾਂ ਨੂੰ ਇਹ ਆਪ ਸਕੂਲਾਂ ਦੇ ਵਿੱਚ ਟੀਚਰਾਂ ਨੇ, ਇਹ ਤਾਂ ਸਭ ਨੂੰ ਪਤਾ ਹੀ ਹੈ ਨਾ, ਅਸੀਂ ਵੀ ਪੜ੍ਹੇ, ਆਪਾਂ ਵੀ ਪੜ੍ਹੇ ਹਾਂ। ਟੀਚਰ ਖੁਦ ਕਹਿੰਦੇ ਨੇ ਫਲਾਣੀ MBD ਲੈ ਲਓ, ਫਲਾਣੀ ਚੀਜ਼ ਲੈ ਲਓ, ਗਾਈਡ ਲੈ ਲਓ, ਫਲਾਣਾ ਸ਼ੋਰ ਸ਼ਾਟ ਲੈ ਲਓ ਜਾਂ ਕੁਛ ਇਸ ਤਰ੍ਹਾਂ ਦੇ
ਨਾਮ ਰੱਖੇ ਹੁੰਦੇ ਨੇ ਉਹਨਾਂ ਨੇ, ਉਹ ਕਿਉਂ ਕਹਿੰਦੇ ਨੇ ਲੈ ਲਓ। ਜੇ ਸਕੂਲਾਂ ਦੇ ਵਿੱਚ ਹੀ ਕਿਤਾਬਾਂ ਤੋਂ ਚੰਗੀ ਸਿੱਖਿਆ ਦਿੰਦੇ ਹੋਣ, ਅੱਛੀ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੋਵੇ, ਇਹਨਾਂ ਦੀ ਲੋੜ ਹੀ ਨਹੀਂ ਹੈਗੀ, ਇਹ ਆਪਣੇ ਆਪ ਖਤਮ ਹੋ ਸਕਦੇ ਨੇ। ਇਹ ਬਿਜ਼ਨਸ ਮਾਈਂਡਡ ਬੰਦੇ ਨੇ, ਇਹਦਾ ਨਾਲ ਸਿੱਖਿਆ ਨਾਲ ਕੋਈ ਸੰਬੰਧ ਨਹੀਂ ਹੈਗਾ। ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਔਰ ਇਹ ਕਾਰਵਾਈ ਜਿਹੜੀ ਜੇ ਹੋ ਰਹੀ ਹੈ, ਪਰਚਾ ਦਰਜ ਕਰਨ ਦੀ ਜਾਂ ਮਾਮਲੇ ਦਰਜ ਕਰਨ ਦੀ ਗੱਲ ਹੋਈ ਹੈ ਤਾਂ ਹੋਣੇ ਚਾਹੀਦੇ ਨੇ, ਤਾਂ ਕਿ ਅੱਗੇ ਜਿਹੜੇ ਹੋਰ ਇਸ ਤਰ੍ਹਾਂ ਦੇ ਪਬਲਿਸ਼ਰ ਨੇ ਉਹਨਾਂ ਨੂੰ ਕੰਨ ਹੋ ਸਕਣ ਤੇ ਇਦਾਂ ਦੀ ਜਿਹੜੀ ਗਲਤ ਜਾਣਕਾਰੀ ਵਾਲੀਆਂ ਬੁੱਕਸ ਨੇ ਜਿਹੜੀਆਂ ਉਹ ਮਾਰਕੀਟ 'ਚ ਨਾ ਆ ਸਕਣ। ਜੀ ਬਿਲਕੁਲ ਪਰਮਿੰਦਰ ਜੀ, ਇਹੋ ਜਿਹੀ ਘਟਨਾ ਅੱਗੇ ਤੋਂ ਨਾ ਵਾਪਰੇ, ਸਰਕਾਰਾਂ ਧਿਆਨ ਰੱਖਣ ਇਸ ਗੱਲ ਦਾ। ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ, ਤੁਹਾਡਾ ਧੰਨਵਾਦ। ਸ਼ੁਕਰੀਆ ਗੁਰਿੰਦਰ ਜੀ, ਧੰਨਵਾਦ ਜੀ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏ। ਪਰ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।